ਪਿਆਰੇ ਸਰੋਤਿਓ, ਪੇਸ਼ੇ ਖਿਦਮਤ ਹੈ ਕਹਾਣੀ ਮੀਟ ਮਾਰਕੀਟ, ਜਿਸ ਦੇ ਕਹਾਣੀਕਾਰ ਅਤੇ ਪੇਸ਼ਕਾਰ ਹਨ ਡਾਕਟਰ ਤਰਸਪਾਲ ਕੌਰ। ਅਹਿਮਦ ਦਾਤਣ ਕੁਰਲੀ ਤੋਂ ਬਾਅਦ ਹੱਥ 'ਚ ਜੱਗ ਪਾਣੀ ਦਾ ਲੈ ਕੇ ਮੂੰਹ 'ਚ ਕੁਝ ਧਿਆਉਂਦਾ ਘਰ ਦੀਆਂ ਦੇਹਲੀਆਂ ਤੇ ਪਾਣੀ ਦੇ ਛਿੱਟੇ ਮਾਰ ਰਿਹਾ ਸੀ ਕਿ ਗਲੀ 'ਚ ਸਾਹਮਣੇ ਆਉਂਦੀ ਜਦੋਂ ਲਾਜੋ ਮਾਸੀ ਅਹਿਮਦ ਦੇ ਨਜ਼ਰੀ ਪਈ ਤਾਂ ਮੂੰਹ 'ਚ ਹੀ ਕੁਝ ਬੁੜਬੁੜਾਉਣ ਲੱਗ ਪਿਆ। ਦੇਖ ਤਾਂ ਕਿਹੋ ਜਿਹੀ ਤੀਵੀ ਆ, ਤੜਕੇ ਹੀ ਨਿਕਲ ਪਈ। ਕਿੱਥੇ ਮੂੰਹ ਦੇਖ ਲਿਆ ਇਸ ਵਕਤ ਹੀ ਮੇਰੇ ਅੱਲਾ। ਇਹ ਬੋਲ ਅਹਿਮਦ ਦੀ ਜ਼ੁਬਾਨ 'ਤੇ ਚੱਲ ਹੀ ਰਹੇ ਸਨ ਕਿ ਲਾਜੋ ਮਾਸੀ ਬੂਹੇ ਦੇ ਨੇੜੇ ਆ ਗਈ ਤੇ ਕਹਿਣ ਲੱਗੀ, ਹਾਏ ਹਾਏ ਮਰ ਜਾ ਮੈਂ, ਅਹਿਮਦ ਮੀਆਂ ਬੜਾ ਸਫਾਈ ਪਸੰਦ ਹੈ ਤੂੰ। ਅੱਲਾ ਦੀ ਵੀ ਮਿਹਰ ਇਹੋ ਜਿਹੇ ਘਰਾਂ 'ਤੇ ਹੀ ਹੁੰਦੀ ਹੈ। ਸਲੀਮਾ ਨੂੰ ਕਹਿ ਦਈ ਮੈਂ ਦਿਨੇ ਆਊਂਗੀ, ਕਈ ਕੰਮ ਕਰਾਉਣੇ ਨੇ ਉਤੋਂ। ਲਾਜੋ ਮਾਸੀ ਇੱਕੋ ਸਾਹ 'ਚ ਅਹਿਮਦ ਦੀ ਤਾਰੀਫ ਕਰਕੇ ਸਲੀਮਾ ਨੂੰ ਮਿਲਣ ਦਾ ਸੁਨੇਹਾ ਦੇ ਕੇ ਅੱਗੇ ਲੰਘ ਗਈ। ਅਹਿਮਦ ਨੂੰ ਉਹਦੇ ਬੁਲਾਉਣ ਦਾ ਕੋਈ ਫਰਕ ਨਾ ਪਿਆ, ਸਗੋਂ ਉਹਦੇ ਮੱਥੇ ਦੀ ਤਿਉੜੀ ਹੋਰ ਵੀ ਕਸੀ ਗਈ ਅਤੇ ਉਹਨੇ ਹਲਕਾ ਜਿਹਾ ਸਿਰ ਹਿਲਾ ਕੇ ਆਪਣੇ ਵੱਲੋਂ ਜਵਾਬ ਦੇ ਦਿੱਤਾ ਸੀ। ਲਾਜੋ ਨੂੰ ਲੋਕਾਂ ਦੇ ਅਜਿਹੇ ਵਤੀਰੇ ਨਾਲ ਕਦੇ ਕੋਈ ਗੁੱਸਾ ਗਿਲਾ ਹੋਇਆ ਹੀ ਨਹੀਂ ਸੀ। ਉਹ ਆਪਣੇ ਖੁੱਲ੍ਹੇ ਡੁੱਲੇ ਸੁਭਾਅ ਅਨੁਸਾਰ ਲੋਕਾਂ ਨਾਲ ਗੁੱਝੀਆਂ ਮਸ਼ਕਰੀਆਂ, ਖਾਸ ਕਰਕੇ ਮਰਦਾਂ ਨਾਲ ਨਾ ਕਰਨੋਂ ਹਟਦੀ। ਪਰ ਕਈ ਉਹਦੇ ਮੁਹੱਲੇ ਅਤੇ ਆਸ-ਪਾਸ ਦੇ ਸਿਆਣੇ ਬੰਦਿਆਂ ਨੂੰ ਉਹ ਦਰਵੇਸ਼ਾਂ ਵਾਂਗ ਵੀ ਸਮਝਦੀ ਸੀ, ਜਿਨ੍ਹਾਂ ਵਿੱਚ ਖਵਾਜਾ ਅਹਿਮਦ ਵੀ ਇੱਕ ਸੀ। ਇਹੋ ਜਿਹੇ ਬੰਦਿਆਂ ਦੇ ਪਰਿਵਾਰਾਂ 'ਚੋਂ ਦੁੱਖ ਸੁੱਖ 'ਚ ਸ਼ਰੀਕ ਹੁੰਦੀ ਅਤੇ ਉਹਨਾਂ ਵੱਲੋਂ ਕਹੇ ਕੌੜੇ ਅਤੇ ਨਫ਼ਰਤ ਭਰੇ ਸ਼ਬਦਾਂ ਦਾ ਕੋਈ ਗੁੱਸਾ ਨਾ ਕਰਦੀ। ਅਹਿਮਦ ਨੂੰ ਉਹਦੇ ਨਾਲ ਸ਼ੁਰੂ ਤੋਂ ਹੀ ਨਫ਼ਰਤ ਰਹੀ। ਜਦੋਂ ਕਦੇ ਉਹ ਘਰ ਸਲੀਮਾ ਕੋਲ ਆਉਂਦੀ ਤਾਂ ਉਹ ਪਰੇ ਚਲਿਆ ਜਾਂਦਾ ਅਤੇ ਆਪਣੀਆਂ ਧੀਆਂ ਨੂੰ ਵੀ ਉਹਦੇ ਕੋਲ ਖੜ੍ਹਨ ਤੋਂ ਵਰਜਦਾ। ਬਸਤੀ ਅਤੇ ਆਸ-ਪਾਸ ਦੇ ਲੋਕਾਂ ਨਾਲ ਉਹਦੇ ਅਤੇ ਸਲੀਮਾ ਦੇ ਕੰਮਕਾਰ ਦੇ ਸਬੰਧ ਹੋਣ ਕਾਰਨ ਉਹ ਬਹੁਤਾ ਕੁਝ ਬੋਲ ਵੀ ਨਹੀਂ ਸਕਦਾ ਸੀ। ਸ਼ਹਿਰ ਦੇ ਉੱਤਰ ਵਾਲੇ ਪਾਸੇ ਮੁਸਲਮਾਨਾਂ ਦੇ ਲਗਭਗ 50-60 ਦੀ ਗਿਣਤੀ 'ਚ ਪੁਰਾਣੇ ਘਰ ਸਨ। ਆਸ-ਪਾਸ ਦੇ ਇਲਾਕੇ ਵਿੱਚ ਕੁਝ ਸਰਕਾਰੀ ਇਮਾਰਤਾਂ ਅਤੇ ਜਨਤਕ ਥਾਵਾਂ ਵਕਤ ਦੇ ਬੀਤਣ ਨਾਲ ਬਣਦੀਆਂ ਗਈਆਂ। ਉੱਤਰ ਵਾਲੇ ਹਿੱਸੇ ਨੂੰ ਸ਼ਹਿਰ ਨਾਲ ਜੋੜਨ ਵਾਲੀਆਂ ਸੜਕਾਂ ਵਿਚਕਾਰ ਇੱਕ ਸੁੰਦਰ ਚੌਂਕ ਵੀ ਬਣਾ ਦਿੱਤਾ ਗਿਆ। ਚੌਕ ਦੇ ਇੱਕ ਪਾਸੇ ਪਿੱਛੇ ਹਟਵੀਂ ਬਸਤੀ ਵਿੱਚ ਕੁਝ ਪੁਰਾਣੇ ਘਰ ਰਹਿ ਗਏ ਸਨ, ਜਿਨ੍ਹਾਂ ਦੀ ਲਾਹੌਰੀ ਇੱਟਾਂ ਵਾਲੀ ਦਿੱਖ ਵੰਡ ਤੋਂ ਪਹਿਲਾਂ ਵਾਲੇ ਸਮਿਆਂ ਵਿੱਚ ਮੱਲੋ ਮੱਲੀ ਘੜੀਸ ਕੇ ਦਿਲ ਨੂੰ ਲੈ ਜਾਂਦੀ ਅਤੇ ਦਿਲ 'ਚ ਇੱਕ ਨਹੀਂ ਕਈ ਹੋ ਕੇ ਉਤਰ ਜਾਂਦੇ। ਦੂਸਰੇ ਪਾਸੇ ਬਹੁਤੇ ਪੁਰਾਣੇ ਘਰਾਂ ਨੂੰ ਢਾਹ ਕੇ ਲੋਕਾਂ ਨੇ ਨਵੇਂ ਰਿਵਾਜ਼ ਦੇ ਮਕਾਨ ਅਤੇ ਕੋਠੀਆਂ ਉਸਾਰ ਲਈਆਂ ਸਨ। ਸੜਕ ਤੋਂ ਪਿੱਛੇ ਹਟਵੀਂ ਬਸਤੀ ਦੇ ਬਿਲਕੁਲ ਉਲਟ ਸਾਹਮਣੇ ਸ਼ਹਿਰ ਦਾ ਪੁਰਾਣਾ ਬਾਜ਼ਾਰ ਸੀ, ਜਿਨ੍ਹਾਂ ਵਿੱਚ ਸਭ ਤਰ੍ਹਾਂ ਦੇ ਹਿੰਦੂ, ਸਿੱਖ, ਮੁਸਲਮਾਨਾਂ ਦੀਆਂ ਰਲਮੀਆਂ ਮਿਲਵੀਆਂ ਦੁਕਾਨਾਂ ਸਨ। ਦੁਕਾਨਾਂ ਦੀ ਲੰਬੀ ਕਤਾਰ ਵਿੱਚ ਸਭ ਤਰ੍ਹਾਂ ਦੀਆਂ ਫਲਾਂ, ਸਬਜ਼ੀਆਂ, ਕੱਪੜੇ, ਸੁਨਿਆਰਾਂ ਅਤੇ ਜੁੱਤੀਆਂ ਦੀਆਂ ਦੁਕਾਨਾਂ ਸ਼ਾਮਿਲ ਸਨ। ਫਿਰ ਵੀ ਦੁਕਾਨਾਂ ਦੀ ਕਤਾਰ ਦੇ ਐਨ ਵਿਚਾਲੇ ਲਗਭਗ 7-8 ਦੁਕਾਨਾਂ ਮੀਟ ਹਲਾਲ ਅਤੇ ਦੂਜੇ ਪਾਸੇ ਝਟਕਈਆਂ ਦੀਆਂ ਸਨ। ਇਸੇ ਕਰਕੇ ਸ਼ਾਇਦ ਇੱਧਰਲੇ ਬਾਜ਼ਾਰ ਦਾ ਨਾਂ ਮੀਟ ਮਾਰਕੀਟ ਦੇ ਤੌਰ 'ਤੇ ਹੀ ਮਸ਼ਹੂਰ ਸੀ। ਇਸ ਬਾਜ਼ਾਰ ਵਿੱਚ ਸਭ ਤੋਂ ਪੁਰਾਣੀ ਦੁਕਾਨ ਖਵਾਜਾ ਅਹਿਮਦ ਦੀ ਸੀ। ਦਿੱਖ ਤੋਂ ਕਿਸੇ ਮੁੱਲਾ ਵਾਂਗ ਪਹਿਰਾਵੇ ਵਾਲਾ ਅਹਿਮਦ ਹਮੇਸ਼ਾ ਸਿਰ 'ਤੇ ਨਿੱਕੀ ਜਿਹੀ ਟੋਪੀ ਅਤੇ ਹਲਕੇ ਰੰਗ ਦੇ ਕੁੜਤੇ ਸਲਵਾਰ ਪਹਿਨਦਾ, ਪੰਜੇ ਵਕਤ ਨਮਾਜ਼ ਅਦਾ ਕਰਦਾ ਅਤੇ ਧੰਦੇ ਵਿੱਚ ਕੋਈ ਚੁਸਤੀ ਚਲਾਕੀ ਨਾ ਵਰਤਦਾ। ਸ਼ਾਇਦ ਇਸੇ ਕਰਕੇ ਪੂਰੇ ਪੁਰਾਣੇ ਬਾਜ਼ਾਰ ਵਿੱਚ ਉਹਦੀ ਦੁਕਾਨ 'ਤੇ ਸਭ ਤੋਂ ਵੱਧ ਗਾਹਕਾਂ ਦੀ ਭੀੜ ਲੱਗੀ ਰਹਿੰਦੀ। ਖਵਾਜਾ ਅਹਿਮਦ ਲਗਭਗ 65-70 ਵਰ੍ਹਿਆਂ ਦਾ ਵਿਅਕਤੀ ਸੀ। ਕਹਿੰਦੇ ਨੇ ਉਹਦੇ ਮਾਪੇ ਤੇ ਸਾਕ ਸੰਬੰਧੀ ਵੰਡ ਵੇਲੇ ਮਾਰੇ ਗਏ। ਕਿਸੇ ਆਂਢ ਗੁਆਂਢ ਦੇ ਟੱਬਰ ਨੇ ਉਹਨੂੰ ਨਿੱਕੇ ਜਿਹੇ ਨੂੰ ਲੁਕੋ ਲਿਆ ਅਤੇ ਖੂਨੀ ਹਨੇਰੀ ਬੰਦ ਹੋਣ ਮਗਰੋਂ ਕੁਝ ਵਰ੍ਹਿਆਂ ਮਗਰੋਂ ਇੱਕ ਦੋ ਉਹਦੇ ਰਿਸ਼ਤੇਦਾਰ ਲੱਭ ਗਏ ਅਤੇ ਇੰਜ ਖਵਾਜੇ ਦੀ ਜ਼ਿੰਦਗੀ ਦਾ ਨਵਾਂ ਅਧਿਆਏ ਫਿਰ ਸ਼ੁਰੂ ਹੋ ਗਿਆ। ਉਹ ਆਪਣੇ ਰਿਸ਼ਤੇਦਾਰ ਚਾਚੇ ਨਾਲ ਮੀਟ ਦੀ ਦੁਕਾਨ 'ਤੇ ਹੱਥ ਵਟਾਉਣ ਲੱਗ ਪਿਆ। ਬਸਤੀ ਵਿੱਚ ਰਹਿੰਦੇ ਅਤੇ ਸ਼ਹਿਰ ਦੇ ਆਸ-ਪਾਸ ਦੇ ਇਲਾਕੇ 'ਚ ਉਹਦੀ ਸਾਂਝ ਹਰ ਧਰਮ ਦੇ ਲੋਕਾਂ ਨਾਲ ਹੋਰ ਵੀ ਪੀੜੀ ਹੁੰਦੀ ਗਈ। ਉਹਦੀ ਉਮਰ ਵੱਡੀ ਹੋ ਰਹੀ ਸੀ। ਚਾਚੇ ਨੂੰ ਉਹਦੇ ਘਰ ਵਸਾਉਣ ਦਾ ਫਿਕਰ ਪੈ ਗਿਆ ਸੀ। ਕਿਵੇਂ ਨਾ ਕਿਵੇਂ ਚਾਚੇ ਨੇ ਖੱਬਾ ਸੱਜਾ ਕਰਕੇ ਉਹਦੇ ਲਈ ਲਖਨਊ ਤੋਂ ਦੂਰ ਦੇ ਰਿਸ਼ਤੇਦਾਰੀ 'ਚੋਂ ਸਲੀਮਾ ਦਾ ਰਿਸ਼ਤਾ ਲੈ ਆਂਦਾ। ਉਹਦੇ ਵੀ ਸਭ ਸਾਕ ਸੰਬੰਧੀ ਵੰਡ 'ਚ ਮਾਰੇ ਗਏ ਜਾਂ ਵਿਛੜ ਗਏ ਸਨ। ਅੱਤ ਦੀ ਸੋਹਣੀ ਸਲੀਮਾ ਸਿਲਾਈ ਕਢਾਈ ਅਤੇ ਬਹੁਤ ਕੰਮਾਂ 'ਚ ਨਿਪੁੰਨ ਸੀ। ਇੰਜ ਵਕਤ ਦੇ ਪ੍ਰਵਾਹ ਨਾਲ ਖਵਾਜੇ ਅਤੇ ਸਲੀਮਾ ਦਾ ਘਰ ਵਸ ਗਿਆ। ਸਲੀਮਾ ਉਹਦੇ ਤੋਂ ਉਮਰ 'ਚ ਛੋਟੀ ਸੀ। ਖਵਾਜੇ ਦਾ ਚਾਚਾ ਇਕੱਲਾ ਸੀ। ਉਹਦੀ ਮੌਤ ਦੇ ਬਾਅਦ ਦੁਕਾਨ ਦਾ ਵਾਰਿਸ ਖਵਾਜਾ ਅਹਿਮਦ ਹੀ ਹੋ ਗਿਆ। ਅਹਿਮਦ ਦੇ ਘਰ 2 ਲੜਕੀਆਂ ਅਤੇ 1 ਲੜਕੇ ਨੇ ਜਨਮ ਲਿਆ ਅਤੇ ਉਹ ਨਿੱਕਾ ਜਿਹਾ ਪੁਰਾਣਾ ਮਕਾਨ ਹੁਣ ਰੌਣਕ ਪਰਤ ਆਉਣ ਨਾਲ ਟਹਿਕਣ ਲੱਗ ਪਿਆ ਸੀ। ਅਹਿਮਦ ਦੁਕਾਨ 'ਤੇ ਕਮਾਈ ਕਰਦਾ। ਸਲੀਮਾ ਬਸਤੀ ਦੇ ਘਰਾਂ ਦੇ ਕੱਪੜਿਆਂ ਦੀ ਸਿਲਾਈ ਕਢਾਈ ਕਰਕੇ ਅਹਿਮਦ ਦਾ ਘਰ 'ਤੇ ਖਰਚੇ ਤੋਰਨ ਵਿੱਚ ਵੀ ਹੱਥ ਵਟਾਉਂਦੀ। ਕੁੜੀਆਂ, ਵਹੁਟੀਆਂ, ਬਜ਼ੁਰਗ ਔਰਤਾਂ ਦਾ ਉਹਦੇ ਕੋਲ ਤਾਂਤਾ ਲੱਗਿਆ ਰਹਿੰਦਾ। ਖਵਾਜਾ ਅਹਿਮਦ ਗੰਭੀਰ ਸੁਭਾਅ ਵਾਲਾ ਹੀ ਸੀ।
ਫਿਰ ਵੀ ਕਦੇ ਨਾ ਕਦੇ ਹੱਸ ਵੀ ਲੈਂਦਾ ਸੀ। ਕੁੜੀਆਂ ਚਿੜੀਆਂ ਖਵਾਜੇ ਦੇ ਘਰੇ ਹੋਣ 'ਤੇ ਬਹੁਤਾ ਚਿਰ ਸਲੀਮਾ ਕੋਲ ਨਾ ਠਹਿਰਦੀਆਂ, ਛੇਤੀ ਮੁੜ ਜਾਂਦੀਆਂ। ਸੁਭਾਵਕ ਹੀ ਔਰਤਾਂ ਉਹ ਤੋਂ ਸ਼ਰਮ ਮੰਨਦੀਆਂ। ਸਲੀਮਾ ਦਾ ਨਿੱਘਾ ਸੁਭਾਅ ਹੋਣ ਕਰਕੇ ਤੇ ਆਸ-ਪਾਸ ਦੇ ਸਾਰੇ ਘਰਾਂ ਦੇ ਦੁੱਖ ਸੁੱਖ 'ਚ ਸ਼ਾਮਲ ਹੋਣ ਕਰਕੇ ਵੀ ਉਹਦੇ ਕੰਮਕਾਰ 'ਚ ਵਾਧਾ ਹੋਣ ਦੇ ਨਾਲ-ਨਾਲ ਉਹ ਇਲਾਕੇ 'ਚ ਬੜੀ ਹਰਮਨ ਪਿਆਰੀ ਸੀ। ਖਵਾਜਾ ਸਲੀਮਾ ਦੇ ਕੰਮਾਂ 'ਚ ਦਖਲ ਨਾ ਦਿੰਦਾ ਤੇ ਉਹਨੂੰ ਸਲੀਮਾ ਦੇ ਸੁਭਾਅ ਤੇ ਕਾਬਲੀਅਤ ਬਾਰੇ ਪਤਾ ਸੀ। ਹਾਂ, ਕਦੇ-ਕਦੇ ਉਹ ਸਲੀਮਾ ਨੂੰ ਲਾਜੋ ਮਾਸੀ ਦਾ ਕੰਮ ਕਰਨੋਂ ਜ਼ਰੂਰ ਵਰਜਦਾ ਤੇ ਸ਼ਾਇਦ ਲਾਜੋ ਮਾਸੀ ਦੇ ਘਰ ਆਉਣ 'ਤੇ ਉਹਨੂੰ ਸਲੀਮਾ ਦੇ ਸੁਹੱਪਣ ਤੋਂ ਵੀ ਡਰ ਲੱਗਣ ਲੱਗ ਪੈਂਦਾ। ਕਿਤੇ ਨਾ ਕਿਤੇ ਸਲੀਮਾ ਦੀ ਛੋਟੀ ਉਮਰ ਵੀ ਉਹਨੂੰ ਚੁਭਣ ਲੱਗ ਪੈਂਦੀ। ਉਹਨੂੰ ਡਰ ਲੱਗਦਾ ਕਿਤੇ ਨਾਲੇ ਇਹ ਤਾਂ ਪੰਜਾਬ ਦੀ ਹੈ ਵੀ ਨਹੀਂ। ਕਈ ਖਿਆਲ ਉਹਦੇ ਅੰਦਰ ਮਰਦ ਨੂੰ ਜਗਾ ਦਿੰਦੇ ਤੇ ਉਹਦਾ ਮਨ ਭਟਕਣ ਜਿਹਾ ਲੱਗ ਪੈਂਦਾ। ਫਿਰ ਕਦੇ ਉਹ ਲਾਜੋ ਮਾਸੀ ਬਾਰੇ ਸੋਚਣ ਲੱਗ ਪੈਂਦਾ ਜਿਵੇਂ ਲਾਜੋ ਦੇ ਨਾਂ ਤੋਂ ਹੀ ਉਹਨੂੰ ਨਫ਼ਰਤ ਸੀ। ਲਾਜੋ ਮਾਸੀ ਦਾ ਬਚਪਨ ਦਾ ਨਾਂ ਜੰਨਤ ਬੀਬੀ ਸੀ ਤੇ ਉਹ ਅਹਿਮਦ ਦੀ ਹੀ ਹਮ ਉਮਰ ਸੀ। ਜੰਨਤ ਦੇ ਵੱਡੇ ਵਡੇਰੇ ਵੀ ਅਹਿਮਦ ਦੇ ਸਾਕ ਸੰਬੰਧੀਆਂ 'ਚੋਂ ਹੀ ਸਨ। ਵੰਡ ਦੇ ਦੁਖਾਂਤ ਨੇ ਜੰਨਤ ਬੀਬੀ ਦੇ ਅੰਗ ਸਾਕ ਮਾਂ-ਬਾਪ ਸਭ ਖੋਹ ਲਏ ਤੇ ਉਹ ਟੁੱਟੀਆਂ ਸੱਧਰਾਂ ਨਾਲ ਕੁਝ ਦੇਰ ਲਈ ਮਲੇਰਕੋਟਲੇ ਚਲੀ ਗਈ, ਜਿੱਥੇ ਵੱਡੀ ਹੋਣ 'ਤੇ ਉਹਨੇ ਕਿਸੇ ਬੰਦੇ ਨਾਲ ਵਿਆਹ ਵੀ ਕਰਾ ਲਿਆ ਸੀ, ਪਰ ਨਿਭਿਆ ਨਾ। ਉਹ ਕੁੱਛੜ ਜਾਈ ਆਪਣੀ ਇੱਕ ਧੀ ਨੂੰ ਵਾਪਸ ਲੈ ਕੇ ਆਪਦੇ ਉਹੀ ਪੁਰਾਣੇ ਖੇੜੇ ਆ ਗਈ। ਅੱਗ ਭਾਵੇਂ ਬੁੱਝ ਚੁੱਕੀ ਸੀ, ਪਰ ਚੰਗਿਆੜੀਆਂ ਕਿਤੇ ਨਾ ਕਿਤੇ ਧੁਖਦੀਆਂ ਬਾਕੀ ਸਨ। ਜੰਨਤ ਨੇ ਨਿੱਕੇ ਮੋਟੇ ਕੰਮ ਵੀ ਕੀਤੇ ਤੇ ਧੀ ਨੂੰ ਪਾਲਦੀ ਰਹੀ। ਖਵਾਜੇ ਅਹਿਮਦ ਨੂੰ ਵਕਤ ਨੇ ਕਿਸੇ ਨਾ ਕਿਸੇ ਤਰ੍ਹਾਂ ਚਾਚੇ ਰਾਹੀਂ ਸੰਭਾਲ ਲਿਆ। ਜੰਨਤ ਬੀਬੀ ਤੇ ਅਜਿਹੀਆਂ ਹੋਰ ਔਰਤਾਂ ਨਾ ਤਾਂ ਕਿਸੇ ਚੰਗੇ ਘਰਾਣੇ ਦੀ ਸ਼ੋਭਾ ਬਣ ਸਕੀਆਂ ਤੇ ਨਾ ਹੀ ਸਮਾਜ ਦੇ ਕਹਿੰਦੇ ਕਹਾਉਂਦੇ ਲੋਕਾਂ ਦੀ ਕਤਾਰ ਵਿੱਚ ਕਿਸੇ ਤਰ੍ਹਾਂ ਸ਼ਾਮਿਲ ਹੋ ਸਕੀਆਂ। ਕਿਸੇ ਨਾ ਕਿਸੇ ਤਰ੍ਹਾਂ ਉਸ ਪੁਰਾਣੇ ਬਾਜ਼ਾਰ ਦੇ ਪਿਛਲੇ ਪਾਸੇ ਜੰਨਤ ਬੀਬੀ ਤੇ ਅਜਿਹੀਆਂ ਹੋਰ ਜਨਾਨੀਆਂ ਨੇ ਮਿਲ ਕੇ ਛੋਟੇ-ਛੋਟੇ ਮਕਾਨਾਂ ਦਾ ਪ੍ਰਬੰਧ ਕਰ ਲਿਆ ਸੀ। ਸਮੇਂ ਦੇ ਬੀਤਣ ਨਾਲ ਜੰਨਤ ਬੀਬੀ ਹੌਲੀ-ਹੌਲੀ ਲਾਜੋ ਮਾਸੀ ਦੇ ਨਾਂ ਨਾਲ ਮਸ਼ਹੂਰ ਹੋ ਗਈ ਤੇ ਉਹਦੀ ਧੀ ਵੀ ਉਹਦੇ ਬਰਾਬਰ ਦੀ ਹੋ ਗਈ। ਵਕਤ ਦੀਆਂ ਤਲਖੀਆਂ ਨੇ ਉਹਦੇ ਖੂਨ 'ਚ ਵੀ ਕੜਵਾਹਟ ਭਰ ਦਿੱਤੀ ਤੇ ਸੰਗ ਸ਼ਰਮ ਦੀਆਂ ਨਾਜ਼ੁਕ ਪੰਖੜੀਆਂ ਉਹਨਾਂ ਦੀ ਫੁਲਵਾੜੀ 'ਚੋਂ ਕਿਤੇ ਦੂਰ ਗਿਰ ਗਈਆਂ। ਉਹ ਲੋੜ ਪੈਣ 'ਤੇ ਨੇਕ ਬੰਦਿਆਂ ਨਾਲ ਸ਼ਾਇਦ ਮਿਠਾਸ ਭਰਿਆ ਵਤੀਰਾ ਬਣਾ ਲੈਂਦੀਆਂ, ਨਹੀਂ ਤਾਂ ਲਾਜੋ ਮਾਸੀ ਦੇ ਉਹਦੀ ਧੀ ਦੀ ਬੇਵਾਕੀ ਤੋਂ ਆਸ-ਪਾਸ ਦੇ ਕਹਿੰਦੇ ਕਹਾਉਂਦੇ ਇੱਜ਼ਤਦਾਰ ਸ਼ਰਮ ਮੰਨਦੇ। ਅਜਿਹੇ ਲੋਕ ਭਾਵੇਂ ਕਈ ਵਾਰ ਲਾਜੋ ਮਾਸੀ ਦੇ ਬੂਹੇ ਦੀਆਂ ਵਿਰਲਾਂ ਵਿੱਚੋਂ ਦੀ ਕਦੇ ਨਾ ਕਦੇ ਆਸੇ-ਪਾਸੇ ਵੇਖ ਕੇ ਦੇਖਣ ਦਾ ਯਤਨ ਵੀ ਕਰਦੇ ਰਹਿੰਦੇ। ਅਹਿਮਦ ਨੂੰ ਲੱਗਦਾ ਲਾਜੋ ਸਲੀਮਾ ਕੋਲ ਕੱਪੜੇ ਸਿਲਾਉਣ ਦੇ ਬਹਾਨੇ ਆਉਂਦੀ ਤਾਂ ਰਹਿੰਦੀ ਹੈ, ਕਿਤੇ ਉਹ ਸਲੀਮਾ ਜਾਂ ਉਹਦੀਆਂ ਜਵਾਨ ਧੀਆਂ ਨੂੰ ਕੋਈ ਪੁੱਠਾ ਪਾਠ ਨਾ ਪੜ੍ਹਾ ਦੇਵੇ। ਪਰ ਲਾਜੋ ਦੇ ਆਉਣ 'ਤੇ ਉਹ ਧੀਆਂ ਨੂੰ ਅੰਦਰ ਜਾਣ ਦਾ ਇਸ਼ਾਰਾ ਕਰਕੇ ਆਪ ਵੀ ਪਾਸਾ ਵੱਟ ਲੈਂਦਾ, ਪਰ ਉਹਦੇ ਕੰਨ ਸਲੀਮਾ ਤੇ ਲਾਜੋ ਦੀਆਂ ਗੱਲਾਂ ਸੁਣਦੇ ਰਹਿੰਦੇ। ਲਾਜੋ ਦੇ ਜਾਣ ਮਗਰੋਂ ਉਹ ਸਲੀਮਾ ਨੂੰ ਨੋਕ ਝੋਕ ਕਰਨ ਲੱਗਦਾ ਕਿ ਐਵੇਂ ਇਹੋ ਜਿਹੀਆਂ ਜਨਾਨੀਆਂ ਨੂੰ ਬਹੁਤਾ ਚਿਰ ਨਾ ਬਿਠਾਇਆ ਕਰੇ। ਸਲੀਮਾ ਆਪਣੇ ਕੰਮ ਦਾ ਵਾਸਤਾ ਦੇ ਕੇ ਚੁੱਪ ਕਰ ਜਾਂਦੀ ਤੇ ਅਹਿਮਦ ਦਾ ਗੁੱਸਾ ਵੀ ਨਾ ਕਰਦੀ। ਉਹ ਅਹਿਮਦ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਸੀ। ਫਿਰ ਕਦੇ-ਕਦੇ ਅਹਿਮਦ ਦੀਆਂ ਅੱਖਾਂ ਮੂਹਰੇ ਬਚਪਨ ਦਾ ਉਹ ਖੂਨੀ ਅਧਿਆਇ ਆ ਜਾਂਦਾ। ਉਹਨੂੰ ਜਾਪਦਾ ਕਿ ਅਹਿਮਦ ਤੇ ਸਲੀਮਾ ਮਾਰੇ ਗਏ ਤੇ ਉਹਦੀਆਂ ਧੀਆਂ ਲਾਜੋ ਮਾਸੀ ਕੋਲ ਚਲੀਆਂ ਗਈਆਂ। ਕਦੇ ਉਹ ਮੇਰੇ ਅੱਲਾ ਕਹਿ ਕੇ ਤੜਫੜਦਾ ਤੇ ਉੱਠ ਕੇ ਪਾਣੀ ਦਾ ਗਲਾਸ ਪੀਣ ਲਈ ਭੱਜਦਾ, ਫਿਰ ਛੇਤੀ ਨਾਲ ਨਮਾਜ਼ ਅਦਾ ਕਰਨ ਲਈ ਚਲਾ ਜਾਂਦਾ। ਉਹਨੂੰ ਆਪਣੀ ਵੱਡੀ ਉਮਰ ਤੇ ਜਵਾਨ ਧੀਆਂ ਦੀ ਚਿੰਤਾ ਲੱਗੀ ਰਹਿੰਦੀ। ਅੱਜ ਲਾਜੋ ਫੇਰ ਅਹਿਮਦ ਨੂੰ ਸਵਖਤੇ ਹੀ ਕਹਿ ਗਈ ਸੀ ਉਹ ਸਲੀਮਾ ਕੋਲ ਆਵੇਗੀ। ਉਹਨੇ ਬੁੜਬੜਾਉਂਦੇ ਨੇ ਅੰਦਰ ਜਾ ਕੇ ਸਲੀਮਾ ਨੂੰ ਲਾਜੋ ਦਾ ਸੁਨੇਹਾ ਤਾਂ ਦੇ ਦਿੱਤਾ ਸੀ, ਪਰ ਉਹਦੇ ਅੰਦਰ ਹਰ ਵਾਰ ਵਾਂਗ ਤਰਲੋ ਮੱਛੀ ਪਈ ਸੀ। ਕੋਲ ਆ ਕੇ ਅਹਿਮਦ ਦੀ ਵੱਡੀ ਧੀ ਨੇ ਕਿਹਾ, ਲੈ ਅੱਬਾ, ਚਾਹ ਤੇ ਨਾਲੇ ਪਰੌਂਠਾ। ਅਹਿਮਦ ਨੇ ਚਾਹ ਦਾ ਗਲਾਸ ਤੇ ਥਾਲੀ ਫੜ ਲਈ ਤੇ ਕਾਲੀ ਚਾਹ ਪੀਣ ਲੱਗ ਪਿਆ। ਅੱਬਾ, ਮੈਂ ਕੱਲ੍ਹ ਵੀ ਕਿਹਾ ਸੀ ਮੈਨੂੰ ਸਿੱਪੀਆਂ ਸਿਤਾਰੇ ਹਰੀਏ ਦੇ ਹੱਥ ਲੈ ਕੇ ਭੇਜ ਦੇਈ। ਮੈਂ ਹਰੀਏ ਨੂੰ ਦੱਸਿਆ ਹੋਇਆ ਵੀ ਕਿਹੋ ਜਿਹੇ ਚਾਹੀਦੇ ਨੇ, ਫੇਰ ਭੁੱਲ ਗਏ ਹੋ। ਅਹਿਮਦ ਦੀ ਛੋਟੀ ਧੀ ਨੇ ਸ਼ਿਕਵਾ ਕਰਦਿਆਂ ਕਿਹਾ ਸੀ। ਉਹ ਆਪਣੇ ਨਵੇਂ ਸੂਟ ਨੂੰ ਸਿੱਪੀ ਸਿਤਾਰੇ ਨਾਲ ਸਜਾਉਣ ਲਈ ਉਤਾਵਲੀ ਸੀ। ਠੀਕ ਹੈ ਕੁੜੇ ਨਸੀਮ, ਅੱਜ ਭੇਜ ਦੇਊਂਗਾ, ਅਹਿਮਦ ਨੇ ਛੋਟੀ ਕੁੜੀ ਨੂੰ ਮਗਰੋਂ ਲਾਉਂਦਿਆਂ ਕਿਹਾ। ਛੇਤੀ ਨਾਲ ਚਾਹ ਨਾਸ਼ਤਾ ਕਰਕੇ ਅਹਿਮਦ ਦੁਕਾਨ ਨੂੰ ਚਲਿਆ ਗਿਆ। ਅੱਜ ਦੁਪਹਿਰ ਦੀ ਰੋਟੀ ਵੀ ਉਹਨੇ ਹਰੀਏ ਦੇ ਹੱਥ ਦੁਕਾਨ 'ਤੇ ਹੀ ਮੰਗਵਾ ਲਈ ਸੀ ਕਿ ਉਸ ਲਾਜੋ ਵਰਗੀ ਤੀਵੀਂ ਦੇ ਦਰਸ਼ਨ ਹੀ ਨਾ ਹੋਣ। ਉਹ ਅਕਸਰ ਹੀ ਲਾਜੋ ਦੇ ਸਾਹਮਣੇ ਆਉਣ ਤੋਂ ਕੰਨੀ ਕਤਰਾਉਂਦਾ ਰਹਿੰਦਾ। ਸਲੀਮਾ ਨੇ ਲਾਜੋ ਮਾਸੀ ਦੇ ਬਲਾਊਜ਼ ਤੇ ਸੂਟ ਤਿਆਰ ਕਰਕੇ ਰੱਖ ਦਿੱਤੇ ਸਨ, ਪਰ ਲਾਜੋ ਦੁਪਹਿਰ ਤੱਕ ਨਾ ਆਈ। ਲਖਨਊ ਤੋਂ ਆਏ 2 ਮਹਿਮਾਨਾਂ ਨੂੰ ਦੁਪਹਿਰ ਦੀ ਰੋਟੀ ਖਵਾ ਕੇ ਸਲੀਮਾ ਆਪਣੇ ਸੂਟਾਂ ਦੀ ਸਿਲਾਈ ਕਰਨ ਵਿੱਚ ਰੁੱਝ ਗਈ। ਉਹ ਸਾਰੇ ਸ਼ਾਮ ਦੀ ਚਾਹ ਪੀ ਰਹੇ ਸਨ ਕਿ ਲਾਜੋ ਮਾਸੀ ਵੀ ਆ ਗਈ। ਖੁਦਾ ਖੈਰ ਕਰੇ ਸਲੀਮਾ, ਕੀ ਹਾਲ ਨੇ ਤੇਰੇ? ਲੱਗਦਾ ਰੁੱਝੀ ਹੋਈ ਐ।
ਮਹਿਮਾਨ ਆਏ ਹੋਏ ਨੇ? ਲਾਜੋ ਨੇ ਸਲੀਮਾ ਨੂੰ ਹਾਲ ਪੁੱਛਦਿਆਂ ਕਿਹਾ। ਹਾਂ ਮਾਸੀ, ਮੇਰੇ ਚਾਚਾ ਜਾਨ ਤੇ ਮੇਰਾ ਭਤੀਜਾ ਆਇਆ ਲਖਨਊ ਤੋਂ। ਬਹਿ, ਪਹਿਲਾਂ ਚਾਹ ਪੀ। ਸਲੀਮਾ ਨੇ ਰਸੋਈ 'ਚੋਂ ਚਾਹ ਦਾ ਕੱਪ ਲਿਆਉਂਦਿਆਂ ਲਾਜੋ ਨੂੰ ਕਿਹਾ। ਲਾਜੋ ਚਾਹ ਪੀਣ ਲੱਗ ਪਈ ਤੇ ਨਾਲੇ ਆਏ ਹੋਏ ਮਹਿਮਾਨਾਂ ਨਾਲ ਗੱਲਾਂ ਬਾਤਾਂ ਵੀ ਕਰਨ ਲੱਗ ਪਈ। ਐਨੇ 'ਚ ਅਹਿਮਦ ਵੀ ਆ ਗਿਆ। ਬੈਠੀ ਲਾਜੋ ਮਾਸੀ ਨੂੰ ਦੇਖ ਕੇ ਉਹਦਾ ਮੱਥਾ ਇਕੱਠਾ ਹੋ ਗਿਆ। ਗੁਸਲਖਾਨੇ 'ਚ ਮੂੰਹ ਹੱਥ ਧੋ ਉਹ ਅੰਦਰਲੇ ਕਮਰੇ 'ਚ ਆ ਗਿਆ। ਉਹਨਾਂ ਕੋਲ ਨਾ ਬੈਠਿਆ, ਪਰ ਸਲੀਮਾ ਦੇ ਚਾਚਾ ਜਾਨ ਨੇ ਅਹਿਮਦ ਨੂੰ ਆਵਾਜ਼ ਦੇ ਕੇ ਬਾਹਰ ਬੁਲਾ ਲਿਆ। ਕੁਝ ਵੀ ਨਾ ਬੋਲਦਾ ਹੋਇਆ ਮਜਬੂਰੀ ਬਸ ਅਹਿਮਦ ਉਹਨਾਂ ਵਿੱਚ ਆ ਕੇ ਚੁੱਪਚਾਪ ਬੈਠ ਗਿਆ। ਵੱਡੀ ਕੁੜੀ ਨੇ ਉਹਨੂੰ ਚਾਹ ਫੜਾ ਦਿੱਤੀ। ਲਾਜੋ ਕੁਝ ਸਮੇਂ ਕੱਪੜੇ ਸਲੀਮਾ ਨੂੰ ਦਿਖਾ ਕੇ ਨਵੀਂ ਗੋਟਾ ਕਿਨਾਰੀ ਤੇ ਸੂਹੇ ਮੋਤੀ ਨਵੇਂ ਸੂਟ ਤੇ ਸਜਾਉਣ ਬਾਰੇ ਤੇ ਨਵੀਂ ਕਢਾਈ ਬਾਰੇ ਸਮਝਾ ਰਹੀ ਸੀ। ਇੰਨੇ 'ਚ ਹਰੀਆ ਵੀ ਛੋਟੀ ਕੁੜੀ ਨਸੀਮ ਦੇ ਸਿੱਪੀਆਂ ਸਿਤਾਰੇ ਲੈ ਆਇਆ। ਉਹ ਹਰੀਏ ਨੂੰ ਦੇਖ ਕੇ ਛਲਾਂਗਾ ਮਾਰਨ ਲੱਗ ਪਈ ਤੇ ਖੁਸ਼ੀ-ਖੁਸ਼ੀ ਹਰੀਏ ਲਈ ਚਾਹ ਦਾ ਕੱਪ ਵੀ ਲਿਆਈ। ਨਸੀਮ ਲਾਜੋ ਮਾਸੀ ਦੇ ਲਿਆਂਦੇ ਗੋਟੇ ਕਿਨਾਰੀ ਨੂੰ ਗੌਰ ਨਾਲ ਦੇਖਦੀ ਹੋਈ ਕਹਿਣ ਲੱਗੀ, ਹਾਏ, ਮੈਂ ਵੀ ਆਪਣੇ ਨਵੇਂ ਸੂਟ ਤੇ ਇਹੋ ਜਿਹੀ ਗੋਟਾ ਕਿਨਾਰੀ ਲਾਉਣੀ ਆ। ਦੇਖ ਨਾ ਅੰਮੀ, ਇੰਨਾ ਸੋਹਣਾ ਕਿੱਥੋਂ ਲਿਆਈਆਂ ਲਾਜੋ ਮਾਸੀ? ਨੀ ਚੰਗਾ ਲੈ ਆਈ ਕਮਲੀ ਕਿਤੋਂ ਦੀ। ਸਲੀਮਾ ਉਹਨੂੰ ਡਾਂਟਣ ਲੱਗੀ। ਚਾਚਾ ਜਾਨ ਤੇ ਅਹਿਮਦ ਕੋਈ ਆਪਣੀ ਗੁਫ਼ਤਗੂ ਕਰ ਰਹੇ ਸਨ। ਨਾਲ ਹੀ ਅਹਿਮਦ ਦੇ ਕੰਨ ਜਨਾਨੀਆਂ ਦੀਆਂ ਗੱਲਾਂ ਵਿੱਚ ਵੀ ਸਨ। ਫਿਰ ਚਾਚਾ ਜਾਨ ਲਾਜੋ ਮਾਸੀ ਨੂੰ ਬੋਲੇ, ਲਾਜੋ ਬੀਬੀ, ਭਲਾ ਆਪ ਦਾ ਕੀ ਕਾਰੋਬਾਰ ਹੈ? ਆਪ ਤਾਂ ਸ਼ੁਰੂ ਤੋਂ ਹੀ ਪੰਜਾਬ ਦੇ ਰਹਿਣ ਵਾਲੇ ਹੋ। ਚਾਚਾ ਜਾਨ ਦਾ ਲਾਜੋ ਮਾਸੀ ਨੂੰ ਬੜਾ ਅਜੀਬ ਸਵਾਲ ਸੀ। ਲਾਜੋ ਦੇ ਧੁਰ ਕਲੇਜੇ ਜਿਵੇਂ ਕਿਸੇ ਨੇ ਚੋਭ ਲਾ ਦਿੱਤੀ ਹੋਵੇ। ਉਹ ਇੱਕਦਮ ਹਿੱਲ ਜਿਹੀ ਗਈ ਤੇ ਸਲੀਮਾ ਨਾਲ ਗੱਲਾਂ ਕਰਦੀ ਕਰਦੀ ਰੁਕ ਗਈ। ਫਿਰ ਉਸੇ ਵੇਲੇ ਦਿਲ ਨੂੰ ਸੰਭਾਲ ਕੇ ਹੌਲੇ ਜਿਹੇ ਹੌਸਲੇ ਨਾਲ ਤੇ ਬੇਬਾਕੀ ਨਾਲ ਅਹਿਮਦ ਮੀਆਂ ਵੱਲ ਵੇਖ ਕੇ ਕਹਿਣ ਲੱਗੀ, ਸਾਡਾ ਕਾਰੋਬਾਰ ਏ ਮੀਟ ਮਾਰਕੀਟ। ਹੋਰ ਅਸੀਂ ਕੀ ਕਰਨਾ ਹੈ? ਇੱਕ ਹੌਕੇ ਜਿਹੇ ਨਾਲ ਉਹਨੇ ਆਪਣਾ ਉੱਤਰ ਦੇ ਦਿੱਤਾ। ਅਹਿਮਦ ਬੈਠਾ ਬੈਠਾ ਇੱਕਦਮ ਤਣ ਗਿਆ। ਉਹਨੂੰ ਲਾਜੋ ਦੇ ਜਵਾਬ ਤੇ ਹੈਰਾਨੀ ਸੀ। ਉਹ ਭਵਾਂ ਨੂੰ ਕੱਸ ਕੇ ਲਾਜੋ ਵੱਲ ਵੇਖ ਕੇ ਕਹਿਣ ਲੱਗਾ, ਮੀਟ ਮਾਰਕੀਟ? ਇਹ ਕਾਰੋਬਾਰ ਕਦੋਂ ਕਰ ਲਿਆ ਲਾਜੋ ਤੂੰ? ਲਾਜੋ ਮੰਜੇ ਤੋਂ ਉੱਠ ਖੜੀ। ਅੱਜ ਜਿਵੇਂ ਉਹ ਦੁਨੀਆ ਦੇ ਹਰ ਬੰਦੇ ਨੂੰ ਆਪਣਾ ਗਮ ਖੋਲ੍ਹ ਕੇ ਦੱਸਣਾ ਚਾਹੁੰਦੀ ਸੀ। ਉਹ ਛਾਤੀ ਹੇਠ ਦੱਬੇ ਹੌਕਿਆਂ ਦੀਆਂ ਤਹਿਆਂ ਚੁੱਕਣਾ ਚਾਹੁੰਦੀ ਸੀ। ਸਲੀਮਾ ਤੇ ਕੁੜੀਆਂ ਉਹਦੇ ਵੱਲ ਹੈਰਾਨੀ ਨਾਲ ਵੇਖਣ ਲੱਗ ਪਈਆਂ। ਹਾਂ ਅਹਿਮਦ ਮੀਆਂ, ਮੀਟ ਮਾਰਕੀਟ ਹੀ ਤਾਂ ਹੈ। ਤੂੰ ਵੱਡੇ ਟੁੱਕੇ ਮਰੇ ਹੋਏ ਮਾਸ ਨੂੰ ਵੇਚਦਾ ਤੇ ਅਸੀਂ ਜਿਉਂਦੇ ਮਾਸ ਨੂੰ। ਗੱਲ ਤੇ ਇੱਕੋ ਹੋਈ ਨਾ, ਕਿੱਡਾ ਕੁ ਫਰਕ ਹੈ? ਲਾਜੋ ਮਾਸੀ ਨੇ ਆਪਣੇ ਮੂੰਹ ਫਟ ਲਹਿਜੇ ਵਿੱਚ ਕਹਿ ਦਿੱਤਾ ਸੀ। ਸਲੀਮਾ ਦਾ ਚਾਚਾ ਲਾਜੋ ਵੱਲ ਟਿਕਟਕੀ ਲਗਾ ਕੇ ਵੇਖਣ ਲੱਗ ਪਿਆ। ਉਹ ਫੇਰ ਗੁਬਾਟ ਖੋਲ੍ਹਦੀ ਹੋਈ ਬੋਲੀ, ਅਹਿਮਦ ਮੀਆਂ, ਤੈਨੂੰ ਤੇਰੇ ਚਾਚੇ ਨੇ ਬੁਰੇ ਵਕਤਾਂ 'ਚ ਕਿਸੇ ਨਾ ਕਿਸੇ ਤਰ੍ਹਾਂ ਸੰਭਾਲ ਲਿਆ ਤੇ ਤੂੰ ਅੱਜ ਕਾਰੋਬਾਰੀ ਹੈ ਤੇ ਅਸੀਂ ਵਕਤਾਂ ਮਾਰੀਆਂ ਜਨਾਨੀਆਂ, ਮਜਬੂਰੀ ਬਸ। ਅੱਜ ਲਾਜੋ ਮਾਸੀ ਜਾਂ ਹੋਰ ਬਥੇਰਾ ਕੁਝ ਬਣੀਆਂ ਹੋਈਆਂ। ਸਾਡਾ ਵੀ ਜੇ ਕੋਈ ਅੱਗਾ ਪਿੱਛਾ ਜਾਂ ਪਿਆਰਾ ਬੇਲੀ ਸਾਥ ਦੇ ਦਿੰਦਾ ਤਾਂ ਮੈਂ ਵੀ ਜੰਨਤ ਬੀਬੀ ਹੀ ਹੁੰਦੀ। ਅੱਜ ਲਾਜੋ ਨਹੀਂ, ਜੰਨਤ ਦੇ ਅੰਦਰਲੇ ਗਮ ਦਾ ਉਬਾਲਾ ਬੋਲ ਰਿਹਾ ਸੀ। ਅਹਿਮਦ ਦਾ ਮੱਥਾ ਢਿੱਲਾ ਪੈ ਗਿਆ ਤੇ ਉਹਨੇ ਨੀਵੀਂ ਪਾ ਲਈ। ਸਲੀਮਾ ਤੇ ਕੁੜੀਆਂ ਚੁੱਪਚਾਪ ਸਹਿਮੀਆਂ ਖੜੀਆਂ ਸਨ। ਅਹਿਮਦ ਨੇ ਹੁਣ ਕੁੜੀਆਂ ਨੂੰ ਅੰਦਰ ਜਾਣ ਲਈ ਨਹੀਂ ਕਿਹਾ ਸੀ। ਚਾਚਾ ਜਾਨ ਵੀ ਸ਼ਾਂਤ ਹੋ ਕੇ ਅੰਦਰ ਚਲਿਆ ਗਿਆ। ਫਿਰ ਇੱਕਦਮ ਅਹਿਮਦ ਨੇ ਛੋਟੀ ਕੁੜੀ ਨਸੀਮ ਨੂੰ ਇਸ਼ਾਰੇ ਨਾਲ ਕਿਹਾ, ਆ ਇੱਧਰ ਆ ਕੁੜੇ, ਤੈਨੂੰ ਬਹੁਤ ਪਸੰਦ ਆਇਆ ਨਾ ਗੋਟਾ ਕਿਨਾਰੀ? ਆ ਜਿਹੜੀ ਤੇਰੀ ਲਾਜੋ ਮਾਸੀ ਲੈ ਕੇ ਆਈ ਹੈ। ਹੁਣੇ ਰੌਲਾ ਪਾਉਂਦੀ ਸੀ। ਨਸੀਮ ਚੁੱਪਚਾਪ ਖੜੀ ਸੀ, ਕੁਝ ਨਾ ਬੋਲੀ। ਅਹਿਮਦ ਹਰੀਏ ਨੂੰ ਕਹਿਣ ਲੱਗਿਆ, ਉਹ ਹਰੀਏ, ਆ ਫੜ ਹੋਰ ਪੈਸੇ, ਐਂ ਕਰੀ ਇਹਦੇ ਲਈ ਆ ਲਾਜੋ ਮਾਸੀ ਵਾਲਾ ਗੋਟਾ ਕਿਨਾਰੀ ਲੈ ਆਈ। ਅਹਿਮਦ ਨੇ ਹਰੀਏ ਨੂੰ ਪੈਸੇ ਦਿੰਦਿਆਂ ਕਿਹਾ ਤੇ ਆਪ ਨਹਾਉਣ ਲਈ ਗੁਸਲਖਾਨੇ ਵੜ ਗਿਆ। ਸਲੀਮਾ, ਕੁੜੀਆਂ ਤੇ ਲਾਜੋ ਦੇ ਚਿਹਰਿਆਂ ਤੇ ਜਿਵੇਂ ਹੈਰਾਨੀ ਤੇ ਖੁਸ਼ੀ ਦੀ ਚਮਕ ਆ ਗਈ। ਬਹੁਤ ਬਹੁਤ ਧੰਨਵਾਦ।